ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਲਯੁਗ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਅੱਗੇ ਚੱਲੇ। ਗੁਰੂ ਜੀ ਕੁਝ ਦੂਰ ਇੱਕ ਨਗਰ ਦੇ ਬਾਹਰ ਦਰਖਤ ਹੇਠਾਂ ਜਾ ਬੈਠੇ। ਸੰਤ ਰੂਪ ਗੁਰੂ ਜੀ ਦਾ ਆਉਣਾ ਸੁਣ ਕੇ ਉੱਥੋਂ ਦਾ ਰਾਜਾ ਆਪ ਜੀ ਦੇ ਦਰਸ਼ਨ ਕਰਨ ਆਇਆ। ਉਸਨੇ ਬੇਨਤੀ ਕੀਤੀ ਕਿ ਮਹਾਰਾਜ, ਮੈਨੂੰ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾ ਲਵੋ, ਜਿਸ ਨਾਲ ਮੇਰਾ ਜਨਮ ਸਫਲ ਹੋ ਜਾਏ। ਗੁਰੂ ਜੀ ਨੇ ਕਿਹਾ, ਇਹ ਮਨੁੱਖਾ ਜਨਮ ਅਮੋਲਕ ਹੈ, ਇਸ ਨੂੰ ਕੌਡੀਆਂ ਦੇ ਭਾਅ ਨਹੀਂ ਗਵਾਉਣਾ ਚਾਹੀਦਾ। ਧਰਮਸ਼ਾਲਾ ਬਣਵਾਓ, ਸਤਸੰਗ ਕਰਿਆ ਕਰੋ, ਵਿਕਾਰਾਂ ਨੂੰ ਮਨ ਤੋਂ ਦੂਰ ਕਰੋ, ਸ਼ੁੱਧ ਹਿਰਦੇ ਨਾਲ ਨਾਮ ਜਪਿਆ ਕਰੋ। ਉਪਰੰਤ ਗੁਰੂ ਜੀ ਨੇ ਆਪਣੀ ਚਰਨ ਪਹੁਲ ਦੇ ਕੇ ਰਾਜੇ ਨੂੰ ਸਿੱਖੀ ਦਾ ਦਾਨ ਬਖਸ਼ਿਆ। ਉੱਥੋਂ ਚੱਲ ਕੇ ਗੁਰੂ ਜੀ ਪਿੱਛੇ ਪੰਜਾਬ ਵੱਲ ਨੂੰ ਚੱਲ ਪਏ। ਕੁਝ ਦਿਨ ਉਪਰੰਤ ਆਪ ਜੀ ਕਟਕ ਸ਼ਹਿਰ ਪਹੁੰਚ ਕੇ ਇੱਕ ਭੈਰੋ ਦੇ ਮੰਦਰ ਪਾਸ ਆਣ ਬੈਠੇ। ਪੁਜਾਰੀ ਨੇ ਆਪਣੀ ਸ਼ਕਤੀ ਦੱਸਣ ਵਾਸਤੇ ਗੁਰੂ ਜੀ ਦੇ ਪਾਸ ਅੱਗ ਦਾ ਮੀਂਹ ਵਰਸਾਇਆ, ਪਰ ਜਦ ਆਪ ਜੀ ਅਡੋਲ ਬੈਠੇ ਰਹੇ ਤਾਂ ਪੁਜਾਰੀ ਜੀ ਨੇ ਆਪ ਜੀ ਨੂੰ ਸ਼ਕਤੀਵਾਨ ਸਮਝ ਕੇ ਆਪਣੀ ਭੁੱਲ ਦੀ ਮਾਫੀ ਮੰਗੀ। ਗੁਰੂ ਜੀ ਨੇ ਕਿਹਾ ਕਿ ਨਾਟਕ ਚੇਟਕ ਵਿਖਾ ਕੇ ਲੋਕਾਂ ਤੋਂ ਪੂਜਾ ਕਰਾਉਣੀ ਠੀਕ ਨਹੀਂ ਹੈ। ਨਾਮ ਸਿਮਰਨ ਦਾ ਅਭਿਆਸ ਕਰਕੇ ਆਪਣਾ ਜੀਵਨ ਸਫਲ ਕਰੋ, ਇਹ ਸੱਚਾ ਮਾਰਗ ਹੈ। ਇੱਥੇ ਗੁਰੂ ਜੀ ਨੇ ਜਿਹੜੀ ਆਪਣੀ ਦਾਤਨ ਕਰਕੇ ਗੱਡ ਦਿੱਤੀ ਸੀ, ਉਹ ਬ੍ਰਿਛ ਦੇ ਰੂਪ ਵਿੱਚ ਸੁਭਾਇਮਾਨ ਹੈ। ਕਟਕ ਤੋਂ ਚੱਲ ਕੇ ਰਸਤੇ ਵਿੱਚ ਕਈ ਪ੍ਰਾਣੀਆਂ ਨੂੰ ਨਾਮਦਾਨ ਦਾ ਉਪਦੇਸ਼ ਦਿੰਦੇ ਹੋਏ ਗੁਰੂ ਜੀ ਆਗਰੇ ਪਹੁੰਚ ਗਏ। ਇੱਥੇ ਇੱਕ ਮਾਈ ਜੱਸੀ ਸ੍ਰੀ ਰਾਮਚੰਦਰ ਦੀ ਮੂਰਤੀ ਦੀ ਪੂਜਾ ਕਰਦੀ ਅਤੇ ਉਸ ਅੱਗੇ ਵੀਣਾ ਵਜਾ ਕੇ ਭਜਨ ਗਾਉਂਦੀ ਸੀ। ਮਾਈ ਸਾਧੂ ਸੰਤਾਂ ਦੀ ਵੀ ਸਤਸੰਗਣ ਸੀ। ਇਸਨੇ ਗੁਰੂ ਜੀ ਨੂੰ ਕੁਝ ਦਿਨ ਆਪਣੇ ਘਰ ਰੱਖ ਕੇ ਬੜੇ ਪ੍ਰੇਮ ਨਾਲ ਸੇਵਾ ਕੀਤੀ ਅਤੇ ਗੁਰੂ ਜੀ ਤੋਂ ਉਪਦੇਸ਼ ਲੈ ਕੇ ਮੂਰਤੀ ਪੂਜਾ ਛੱਡ ਕੇ ਨਾਮ ਸਿਮਰਨ ਵਿੱਚ ਜੁੜ ਗਈ। ਇਸ ਯਾਦ ਵਿੱਚ ਇੱਥੇ ਮਾਈ ਦੇ ਘਰ ਵਾਲੀ ਥਾਂ 'ਤੇ ਗੁਰਦੁਆਰਾ ਮਾਈ ਥਾਨਾ ਬਣਿਆ ਹੋਇਆ ਹੈ। ਆਗਰੇ ਤੋਂ ਚੱਲ ਕੇ ਗੁਰੂ ਜੀ ਰੁਹੇਲਖੰਡ, ਬਰੇਲੀ ਤੇ ਬਦਾਯੂ ਦੇ ਇਲਾਕੇ ਵਿੱਚ ਆਪਣੀ ਸਿੱਖ ਭਾਈ ਹਰਾ ਦੀ ਰੁਹੇਲੇ ਸਰਦਾਰਾਂ ਦੀ ਕੈਦ ਵਿੱਚੋਂ ਬੰਦ ਖਲਾਸ ਕਰਾਉਣ ਗਏ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਰੁਹੇਲੇ ਸਰਦਾਰ ਨੇ ਭਾਈ ਹਰੇ ਸਹਿਤ ਸਾਰੇ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ ਅਤੇ ਅੱਗੇ ਤੋਂ ਗੁਲਾਮ ਖਰੀਦਣ ਅਤੇ ਵੇਚਣ ਦਾ ਕੰਮ ਛੱਡ ਦਿੱਤਾ। ਰੁਹੇਲਖੰਡ ਦੇ ਇਲਾਕੇ ਤੋਂ ਚੱਲ ਕੇ ਗੁਰੂ ਜੀ ਕਈ ਨਗਰ ਅਤੇ ਸ਼ਹਿਰਾਂ ਵਿੱਚ ਪ੍ਰਾਣੀਆਂ ਦਾ ਉਧਾਰ ਕਰਦੇ ਹੋਏ ਮਰਦਾਨੇ ਸਹਿਤ 1565 ਈਸਵੀ ਵਿੱਚ ਸੁਲਤਾਨਪੁਰ ਲੋਧੀ ਆਪਣੀ ਭੈਣ ਬੀਬੀ ਨਾਨਕੀ ਜੀ ਪਾਸ ਆ ਪਹੁੰਚ ਗਏ। ਸਾਹਿਬਜ਼ਾਦੇ ਸ੍ਰੀ ਚੰਦ ਅਤੇ ਲక్ష్ਮੀ ਦਾਸ ਅਤੇ ਮਹਿਲ ਸ੍ਰੀ ਸੁਲੱਖਣੀ ਜੀ ਨੂੰ ਆਪ ਜੀ ਦੇ ਦਰਸ਼ਨ ਪਾਸ ਕੇ ਬਹੁਤ ਖੁਸ਼ੀ ਹੋਈ। ਕੁਝ ਦਿਨ ਤਲਵੰਡੀ ਵਿਸ਼ਰਾਮ ਕਰਕੇ ਗੁਰੂ ਜੀ ਇੱਥੋਂ ਚੱਲ ਕੇ ਦੂਸਰੀ ਵਾਰ ਸ਼ੇਖ ਬ੍ਰਾਹਮਣ ਨੂੰ ਮਿਲਣ ਵਾਸਤੇ ਪਾਕਪਟਨ ਤੋਂ ਪੱਛਮ ਦਿਸ਼ਾ ਤੋਂ ਕੁਝ ਦੂਰ ਬਾਹਰ ਹੀ ਬੈਠ ਗਏ। ਸ਼ੇਖ ਗੁਰੂ ਜੀ ਨੂੰ ਮਿਲਣ ਵਾਸਤੇ ਉਹਨਾਂ ਪਾਸ ਆ ਗਿਆ ਅਤੇ ਮਿਲ ਕੇ ਗੁਰੂ ਜੀ ਨਾਲ ਗਿਆਨ ਚਰਚਾ ਕਰਕੇ ਬੜਾ ਪ੍ਰਸੰਨ ਹੋਇਆ। ਗੁਰੂ ਜੀ ਨੇ ਇਸ ਚਰਚਾ ਸਮੇਂ ਆਸਾ ਦੀ ਵਾਰ ਦੀਆਂ ਪਹਿਲੀਆਂ 9 ਪੌੜੀਆਂ ਉਚਾਰਨ ਕੀਤੀਆਂ। ਇਸ ਸਥਾਨ 'ਤੇ ਗੁਰਦੁਆਰਾ ਨਾਨਕਸਰ ਵਿਦਮਾਨ ਹੈ। ਪਾਕਪਟਨ ਤੋਂ ਚੱਲ ਕੇ ਗੁਰੂ ਜੀ ਦੀਪਾਲਪੁਰ ਸ਼ਹਿਰ ਤੋਂ ਬਾਹਰ ਇੱਕ ਕੁਟੀਆ ਵੇਖ ਕੇ ਉਸ ਪਾਸ ਬੈਠ ਗਏ। ਉਸ ਝੁੱਗੀ ਵਿੱਚ ਇੱਕ ਕੋਹੜੀ ਰਹਿੰਦਾ ਸੀ, ਜੋ ਉਸ ਦੇ ਸੰਬੰਧੀਆਂ ਨੇ ਬਣਾ ਕੇ ਦਿੱਤੀ ਹੋਈ ਸੀ। ਗੁਰੂ ਜੀ ਨੇ ਦੇਖ ਕੇ ਉਹ ਕੋਹੜੀ ਨੂੰ ਕਿਹਾ ਕਿ ਸੰਤ ਜੀ, ਮੈਨੂੰ ਕੋਹੜ ਰੋਗ ਹੈ, ਆਪ ਮੇਰੇ ਤੋਂ ਦੂਰ ਹੀ ਰਹੋ। ਗੁਰੂ ਜੀ ਝੁੱਗੀ ਦੇ ਪਾਸ ਇੱਕ ਪਿੱਪਲ ਹੇਠਾਂ ਡੇਰਾ ਕਰਕੇ ਬੈਠ ਗਏ। ਦੂਸਰੇ ਦਿਨ ਆਪ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਸ ਦਾ ਰੋਗ ਦੂਰ ਕਰ ਦਿੱਤਾ ਅਤੇ ਸਤਨਾਮ ਦੇ ਸਿਮਰਨ ਦਾ ਉਪਦੇਸ਼ ਦੇ ਕੇ ਅੱਗੇ ਨੂੰ ਤੁਰ ਪਏ। ਇਸ ਸਥਾਨ 'ਤੇ ਆਪ ਜੀ ਦੇ ਚਰਨ ਪੈਣ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਦੀਪਾਲਪੁਰ ਤੋਂ ਚੱਲ ਕੇ ਗੁਰੂ ਜੀ ਕਸੂਰ ਦੇ ਰਸਤੇ ਪੱਟੀ ਆਏ ਅਤੇ ਪੱਟੀ ਤੋਂ ਆਪਣੇ ਪਿੰਡ, ਜਿਸ ਦਾ ਨਾਮ ਤਦੋਂ ਪੱਠੇ ਵਿੰਡ ਸੀ ਅਤੇ ਹੁਣ ਡੇਰਾ ਸਾਹਿਬ ਹੈ,
ਉੱਥੇ ਆਣ ਕੇ ਗੁਰੂ ਜੀ ਬਿਰਾਜੇ। ਇੱਥੇ ਪਿੰਡ ਤੋਂ ਬਾਹਰੀ ਇੱਕ ਰਾਤ ਕੱਟ ਕੇ ਆਪ ਜੀ ਬਿਆਸਾ ਪਾਰ ਕਰਕੇ ਸੁਲਤਾਨਪੁਰ ਚਲੇ ਗਏ। ਕੁਝ ਦਿਨ ਆਪਣੇ ਪਰਿਵਾਰ ਨਾਲ ਸੁਲਤਾਨਪੁਰ ਵਿਸ਼ਰਾਮ ਕਰਕੇ ਆਪ ਜੀ ਹੋਰ ਪ੍ਰਸਿੱਧ ਮਹਾਂਪੁਰਸ਼ਾਂ ਨੂੰ ਮਿਲਣ ਵਾਸਤੇ ਕੀਰਤਪੁਰ ਸਾਹਿਬ ਚਲੇ ਗਏ। ਸਤਲੁਜ ਨਦੀ ਨੂੰ ਪਾਰ ਕਰਕੇ ਸਾਈਂ ਬੁੱਢਣ ਸ਼ਾਹ ਪਾਸ ਉਸ ਦੇ ਪਹਾੜੀ ਮੁਕਾਮ ਉੱਤੇ ਪਹੁੰਚ ਗਏ। ਸਾਈਂ ਇੱਕ ਵਡੇਰੀ ਉਮਰ ਦਾ ਪ੍ਰਸਿੱਧ ਸ਼ਕਤੀਵਾਨ ਫਕੀਰ ਸੀ। ਇਸ ਪਾਸ ਸ਼ੇਰ ਅਤੇ ਬੱਕਰੀਆਂ ਇਕੱਠੇ ਹੀ ਰਹਿੰਦੇ ਸਨ। ਬੁੱਢਣ ਸ਼ਾਹ ਨੇ ਗੁਰੂ ਜੀ ਨੂੰ ਕਿਹਾ ਕਿ ਦੁਨੀਆ ਵਿੱਚ ਫਿਰ ਕੇ ਰੱਬ ਦੀ ਬੰਦਗੀ ਨਹੀਂ ਹੋ ਸਕਦੀ, ਜਿਸ ਕਰਕੇ ਮੈਂ ਇਸ ਪਹਾੜੀ ਉੱਤੇ ਇਕਾਂਤ ਵਾਸ ਕਰਕੇ ਰੱਬ ਦੀ ਬੰਦਗੀ ਵਿੱਚ ਰਹਿੰਦਾ ਹਾਂ। ਗੁਰੂ ਜੀ ਨੇ ਕਿਹਾ, ਸਾਈਂ ਜੀ, ਸਭ ਤੋਂ ਵੱਡਾ ਇਕਾਂਤ ਇਹ ਹੈ ਕਿ ਪੁਰਸ਼ ਇੱਕ ਮਨ ਤੋਂ ਹੋ ਕੇ ਸਤਸੰਗ ਕਰੇ ਅਤੇ ਸਤਸੰਗ ਵਿੱਚ ਰੱਬ ਦੇ ਪਿਆਰ ਵਾਲੇ ਸ੍ਰੇਸ਼ਟ ਉਪਦੇਸ਼ ਰੂਪੀ ਮੋਤੀ ਚੁਗ ਕੇ ਆਪਣਾ ਜੀਵਨ ਉੱਚਾ ਕਰੇ। ਬੁੱਢਣ ਸ਼ਾਹ ਨੇ ਬੇਨਤੀ ਕੀਤੀ ਕਿ ਆਪ ਮੇਰੇ ਪਾਸ ਸਦਾ ਹੀ ਟਿਕੇ ਰਹੋ, ਮੈਂ ਤੁਹਾਡੀ ਸੰਗਤ ਕਰਦਾ ਰਹਾਂਗਾ। ਗੁਰੂ ਜੀ ਨੇ ਕਿਹਾ, ਸਰੀਰ ਕਰਕੇ ਸੰਗਤ ਸਦਾ ਥਿਰ ਨਹੀਂ ਰਹਿ ਸਕਦੀ। ਤੁਸੀਂ ਸਾਡਾ ਉਪਦੇਸ਼ ਨਾਮ ਸਿਮਰਨ ਸਦਾ ਹੀ ਆਪਣੇ ਪਾਸ ਰੱਖੋ। ਆਪ ਜੀ ਦੇ ਇਹ ਬਚਨ ਸੁਣ ਕੇ ਬੁੱਢਣ ਸ਼ਾਹ ਬਹੁਤ ਪ੍ਰਸੰਨ ਹੋਇਆ। ਆਪ ਜੀ ਦੀ ਇਸ ਯਾਦ ਵਿੱਚ ਇੱਥੇ ਗੁਰਦੁਆਰਾ ਚਰਨ ਕਮਲ ਕਰਕੇ ਪ੍ਰਸਿੱਧ ਹੈ। ਇਸ ਸਥਾਨ 'ਤੇ ਉੱਤਰ ਵਾਲੇ ਪਾਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ 1683 ਵਿੱਚ ਇੱਕ ਪਿੰਡ ਵਸਾਇਆ ਅਤੇ ਨਾਮ ਕੀਰਤਪੁਰ ਰੱਖਿਆ ਸੀ। ਸਾਈਂ ਬੁੱਢਣ ਸਾਹਿਬ ਪਾਸੋਂ ਵਿਦਾ ਹੋ ਕੇ ਗੁਰੂ ਜੀ ਸੁਲਤਾਨਪੁਰ, ਵੈਰੋਵਾਲ, ਜਲਾਲਾਬਾਦ, ਕਿੜੀਆਂ ਪਠਾਣਾ ਤੋਂ ਹੁੰਦੇ ਹੋਏ ਸੈਦਪੁਰ ਭਾਈ ਲਾਲੋ ਪਾਸ ਪਹੁੰਚ ਗਏ। ਭਾਈ ਲਾਲੋ ਪਾਸ ਕੁਝ ਦਿਨ ਵਿਸ਼ਰਾਮ ਕਰਕੇ ਆਪ ਜੀ ਪਸਰੂਰ ਦੇ ਰਸਤੇ ਸਿਆਲਕੋਟ ਸ਼ਹਿਰ ਆ ਗਏ ਅਤੇ ਸ਼ਹਿਰ ਤੋਂ ਬਾਹਰ ਇੱਕ ਬੇਰੀ ਦੇ ਬਿਸ਼ੇ ਹੇਠਾਂ ਜਾ ਬਿਰਾਜੇ। ਇਸ ਸਥਾਨ 'ਤੇ ਪਾਸ ਹੀ ਇੱਕ ਫਕੀਰ ਜਿਸ ਦਾ ਨਾਮ ਹਮਜ਼ਾ ਗੌਸ ਸੀ, ਇੱਕ ਮਕਬਰੇ ਦੇ ਹੁਜਰੇ ਵਿੱਚ ਚਿੱਲੇ ਬੈਠਾ ਹੋਇਆ ਸੀ। ਉਹ ਕਹਿੰਦਾ ਸੀ ਕਿ ਇਹ ਸ਼ਹਿਰ ਝੂਠਿਆਂ ਦਾ ਹੈ ਅਤੇ ਮੈਂ ਇਸ ਨੂੰ ਸ਼ਰਾਪ ਨਾਲ ਤਬਾਹ ਕਰ ਦੇਣਾ ਹੈ। ਗੱਲ ਇਹ ਸੀ ਕਿ ਇੱਥੇ ਇੱਕ ਖੱਤਰੀ ਦੇ ਘਰ ਸੰਤਾਨ ਨਹੀਂ ਸੀ ਹੁੰਦੀ। ਉਸਨੇ ਹਮਜ਼ਾ ਗੌਸ ਦੇ ਸੁਖਣਾ ਸੁਖੀ ਕਿ ਜੇਕਰ ਮੇਰੇ ਘਰ ਸੰਤਾਨ ਹੋਵੇ ਤਾਂ ਪਹਿਲਾ ਲੜਕਾ ਮੈਂ ਹਮਜ਼ਾ ਗੌਸ ਨੂੰ ਦੇ ਦਿਆਂਗਾ। ਪਰ ਜਦੋਂ ਉਸਨੇ ਘਰ ਲੜਕਾ ਪੈਦਾ ਹੋ ਗਿਆ ਤਾਂ ਹਮਜ਼ਾ ਗੌਸ ਦੇ ਮੰਗਣ ਉੱਤੇ ਵੀ ਉਸ ਖੱਤਰੀ ਨੇ ਲੜਕਾ ਨਾ ਦਿੱਤਾ, ਜਿਸ ਕਰਕੇ ਹਮਜ਼ਾ ਗੌਸ ਕ੍ਰੋਧ ਨਾਲ ਸ਼ਹਿਰ ਨੂੰ ਗਰਕ ਕਰਨ ਵਾਸਤੇ ਚਿੱਲੇ ਬੈਠਾ ਹੋਇਆ ਸੀ। ਇਸ ਗੱਲ ਦਾ ਪਤਾ ਲੱਗਣ ਕਰਕੇ ਗੁਰੂ ਜੀ ਹਮਜ਼ਾ ਗੌਸ ਨੂੰ ਮਿਲਣ ਵਾਸਤੇ ਉਸ ਦੇ ਮਕਬਰੇ ਪਾਸ ਗਏ, ਪਰ ਉਸ ਦੇ ਮੁਰੀਦਾਂ ਨੇ ਕਿਹਾ ਕਿ ਪੀਰ ਜੀ ਦਾ ਹੁਕਮ ਹੈ ਕਿ ਜਦ ਤੱਕ ਇਹ ਸ਼ਹਿਰ ਗਰਕ ਨਹੀਂ ਹੋ ਜਾਏਗਾ ਤਦ ਤੱਕ ਅਸੀਂ ਨਾ ਸੂਰਜ ਵੇਖਣਾ ਹੈ ਅਤੇ ਨਾ ਕਿਸੇ ਇਸਤਰੀ ਪੁਰਸ਼ ਦੇ ਮੱਥੇ ਲੱਗਣਾ ਹੈ। ਇਹ ਸ਼ਹਿਰ ਝੂਠਿਆਂ ਦਾ ਗਰਕ ਹੋਣ ਦੇ ਯੋਗ ਹੈ। ਗੁਰੂ ਜੀ ਦੇ ਇਹ ਬਚਨ ਕਰਕੇ ਆਪਣੇ ਟਿਕਾਣੇ ਬੇਰੀ ਹੇਠਾਂ ਵਾਪਸ ਆ ਗਏ ਕਿ ਅੱਜ ਦੁਪਹਿਰ ਨੂੰ ਹੀ ਪੀਰ ਜੀ ਸੂਰਜ ਵੇਖ ਲੈਣਗੇ ਤੇ ਉਹਨਾਂ ਦਾ ਪ੍ਰਣ ਵੀ ਟੁੱਟ ਜਾਏਗਾ। ਉਪਰੰਤ ਜਦ ਦੁਪਹਿਰ ਦਾ ਸੂਰਜ ਸਿਖਰ 'ਤੇ ਆਇਆ ਤਾਂ ਪੀਰ ਦੇ ਮਨ ਦਾ ਗੁੰਬਜ ਤਿੜ ਕੇ ਖਰਬੂਜੇ ਦੀ ਫਾੜੀ ਵਾਂਗੂ ਉੱਥੋਂ ਡਿੱਗ ਕੇ ਤਰੇੜਾਂ ਖਾ ਕੇ ਨੀਚੇ ਡਿੱਗ ਗਿਆ ਅਤੇ ਸੂਰਜ ਦੀਆਂ ਕਿਰਨਾਂ ਪੀਰ ਜੀ ਦੇ ਮੂੰਹ 'ਤੇ ਜਾ ਪਈਆਂ। ਜਦ ਪੀਰ ਨੇ ਵੇਖਿਆ ਕਿ ਗੁੰਬਦ ਫਟ ਗਿਆ ਹੈ ਤਾਂ ਉਹ ਸ਼ੀਘਰ ਹੀ ਦਰਵਾਜ਼ਾ ਖੋਲ੍ਹ ਕੇ ਬਾਹਰ ਆਇਆ। ਗੁਰੂ ਜੀ ਦੇ ਬਚਨ ਕਰਨ ਨਾਲ ਆਪਣਾ ਪ੍ਰਣ ਟੁੱਟਾ ਵੇਖ ਕੇ ਪੀਰ ਸ਼ੀਘਰ ਹੀ ਗੁਰੂ ਜੀ ਪਾਸ ਆ ਗਿਆ। ਗੁਰੂ ਜੀ ਨੇ ਕਿਹਾ, ਪੀਰ ਜੀ, ਇੱਕ ਗੁਨਾਹੀ ਦੇ ਬਦਲੇ ਸਾਰੇ ਸ਼ਹਿਰ ਨੂੰ ਗਰਕ ਕਰ ਦੇਣਾ ਠੀਕ ਨਹੀਂ ਹੈ। ਦਰਵੇਸ਼ਾਂ ਨੂੰ ਕਹਿਰ ਕਰਨਾ ਚੰਗਾ ਨਹੀਂ ਹੁੰਦਾ, ਸਭ ਨੂੰ ਮਿਹਰ ਦੀ ਨਜ਼ਰ ਨਾਲ ਵੇਖਣਾ ਚਾਹੀਦਾ ਹੈ। ਗੁਰੂ ਜੀ ਦੇ ਸ਼ਾਂਤਮਈ ਬਚਨ ਸੁਣ ਕੇ ਪੀਰ ਨੇ ਆਪਣੀ ਭੁੱਲ ਮੰਨ ਲਈ ਅਤੇ ਅੱਗੇ ਤੋਂ ਸਭ ਦੀ ਭਲਾਈ ਦਾ ਪ੍ਰਣ ਕੀਤਾ। ਇਸ ਸਥਾਨ 'ਤੇ ਗੁਰੂ ਜੀ ਦਾ ਗੁਰਦੁਆਰਾ ਬੇਰ ਸਾਹਿਬ ਪ੍ਰਸਿੱਧ ਹੈ, ਜਿੱਥੇ ਬੈਠ ਕੇ ਗੁਰੂ ਜੀ ਨੇ ਹਮਜ਼ਾ ਗੌਸ ਨੂੰ ਉਪਦੇਸ਼ ਦਿੱਤਾ ਸੀ। ਇਸ ਸਥਾਨ ਤੋਂ ਗੁਰੂ ਜੀ ਨੇ ਮਰਦਾਨੇ ਨੂੰ ਇੱਕ ਟਕੇ ਦਾ ਝੂਠ ਤੇ ਸੱਚ ਖਰੀਦਣ ਵਾਸਤੇ ਵੀ ਭੇਜਿਆ ਸੀ। ਮਰਦਾਨਾ ਬਹੁਤ ਹੱਟੀਆਂ 'ਤੇ ਫਿਰਿਆ, ਪਰ ਕਿਸੇ ਪਾਸੋਂ ਵੀ ਉਸ ਨੂੰ ਸੱਚ ਤੇ ਝੂਠ ਨਾ ਮਿਲਿਆ। ਅੰਤ ਨੂੰ ਇੱਕ ਮੂਲੇ ਕਿਰਾੜ ਨੇ ਇੱਕ ਕਾਗਜ਼ ਉੱਤੇ ਮਰਨਾ ਸੱਚ ਤੇ ਦੂਜੇ ਉੱਤੇ ਜਿਉਣਾ ਝੂਠ ਲਿਖ ਕੇ ਮਰਦਾਨੇ ਨੂੰ ਦੇ ਦਿੱਤਾ ਅਤੇ ਆਪ ਵੀ ਹੱਟੀ ਤੋਂ ਉੱਠ ਕੇ ਮਰਦਾਨੇ ਦੇ ਨਾਲ ਹੀ
ਇਹ ਵੇਖਣ ਵਾਸਤੇ ਆਇਆ ਕਿ ਇਹ ਸੌਦਾ ਖਰੀਦਣ ਵਾਲਾ ਕਿਹੜਾ ਵਪਾਰੀ ਹੈ। ਮੂਲਾ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਅਤੇ ਨਾਮਦਾਨ ਦਾ ਉਪਦੇਸ਼ ਲੈ ਕੇ ਗੁਰੂ ਜੀ ਦਾ ਸਿੱਖ ਬਣ ਗਿਆ। ਮੂਲੇ ਦੇ ਘਰ ਵਾਲੇ ਸਥਾਨ 'ਤੇ ਗੁਰਦੁਆਰਾ ਬੌਲੀ ਸਾਹਿਬ ਬਣਿਆ ਹੋਇਆ ਹੈ। ਸਿਆਲਕੋਟ ਤੋਂ ਗੁਰੂ ਜੀ ਏਮਨਾਬਾਦ ਆਏ ਅਤੇ ਏਮਨਾਬਾਦ ਤੋਂ ਲਾਹੌਰ। ਤਦੋਂ ਸ਼ਰਾਧਾਂ ਦੇ ਦਿਨ ਸਨ ਅਤੇ ਦੁਨੀ ਚੰਦ ਸ਼ਾਹੂਕਾਰ ਆਪਣੇ ਪਿਤਾ ਦਾ ਸ਼ਰਾਧ ਕਰਕੇ ਬਹੁਤ ਸਾਰੇ ਬ੍ਰਾਹਮਣਾਂ ਤੇ ਸੰਤਾਂ ਨੂੰ ਭੋਜਨ ਛਕਾ ਰਿਹਾ ਸੀ। ਗੁਰੂ ਜੀ ਨੂੰ ਪਰਮ ਸੰਤ ਰੂਪ ਸਮਝ ਕੇ ਦੁਨੀ ਚੰਦ ਭੋਜਨ ਛਕਾਉਣ ਵਾਸਤੇ ਆਪਣੇ ਘਰ ਲੈ ਆਇਆ। ਗੁਰੂ ਜੀ ਨੇ ਪੁੱਛਿਆ, ਅੱਜ ਤੇਰੇ ਘਰ ਕੀ ਹੈ ਜਿਸ ਕਰਕੇ ਤੂੰ ਇਤਨਾ ਜੱਗ ਲਾਇਆ ਹੋਇਆ ਹੈ? ਉਸਨੇ ਕਿਹਾ, ਅੱਜ ਮੇਰੇ ਪਿਤਾ ਦਾ ਸ਼ਰਾਧ ਹੈ ਜਿਸ ਨੇ ਨਿਮਿਤ ਇਹ ਸਭ ਕੁਝ ਕੀਤਾ ਹੈ। ਗੁਰੂ ਜੀ ਨੇ ਕਿਹਾ, ਤੇਰਾ ਪਿਤਾ 3 ਦਿਨ ਤੋਂ ਬਘਿਆੜ ਦੇ ਰੂਪ ਵਿੱਚ ਬਾਹਰ ਜੰਗਲ ਵਿੱਚ ਭੁੱਖਾ ਬੈਠਾ ਹੋਇਆ ਹੈ। ਉਸ ਨੂੰ ਤੇਰਾ ਇਹ ਪੁੰਨਦਾਨ ਦਾ ਭੋਜਨ ਕੁਝ ਨਹੀਂ ਆਪੜਿਆ। ਦੁਨੀ ਚੰਦ ਨੇ ਕਿਹਾ ਕਿ ਮਹਾਰਾਜ, ਮੇਰਾ ਪਿਤਾ ਬਘਿਆੜ ਦੀ ਜੂਨ ਵਿੱਚ ਕਿਉਂ ਪਿਆ ਹੈ? ਉਹ ਤਾਂ ਬੜਾ ਧਰਮਾਤਮਾ ਸੀ। ਗੁਰੂ ਜੀ ਨੇ ਦੱਸਿਆ ਕਿ ਅੰਤ ਸਮੇਂ ਤੇਰੇ ਪਿਤਾ ਨੂੰ ਮਾਸ ਖਾਣ ਦੀ ਇੱਛਾ ਹੋਈ ਸੀ, ਇਸ ਲਈ ਮਰ ਕੇ ਉਸ ਨੂੰ ਬਘਿਆੜ ਦੀ ਜੂਨ ਪ੍ਰਾਪਤ ਹੋਈ। ਜਦ ਤੱਕ ਉਹ ਆਪਣੀ ਇਸ ਅੰਤਿਮ ਵਾਸਨਾ ਨੂੰ ਭੋਗ ਨਹੀਂ ਲਵੇਗਾ ਤਦ ਤੱਕ ਉਸ ਦੀ ਇਹ ਗਤ ਬਣੀ ਰਹੇਗੀ। ਮਨੁੱਖ ਦੇ ਆਪਣੇ ਕੀਤੇ ਹੋਏ ਕਰਮ ਹੀ ਉਸ ਦੇ ਅੱਗੇ ਆਉਂਦੇ ਹਨ। ਦੂਸਰੇ ਦਾ ਕੀਤਾ ਹੋਇਆ ਕਿਸੇ ਨੂੰ ਕੁਝ ਨਹੀਂ ਮਿਲਦਾ। ਦੁਨੀ ਚੰਦ ਨੂੰ ਉਪਦੇਸ਼ ਵਜੋਂ ਗੁਰੂ ਜੀ ਨੇ ਇੱਥੇ ਆਸਾ ਦੀ ਵਾਰ ਦੀਆਂ 15 ਪੌੜੀਆਂ ਉਚਾਰਨ ਕੀਤੀਆਂ ਸੀ। ਦੁਨੀ ਚੰਦ ਨੇ ਗੁਰੂ ਜੀ ਤੋਂ ਚਰਨ ਪੌੜ ਲੈ ਕੇ ਸਿੱਖੀ ਧਾਰਨ ਕਰ ਲਈ ਅਤੇ ਸਤਸੰਗ ਕਰਨ ਵਾਸਤੇ ਆਪਣੇ ਘਰ ਹੀ ਧਰਮਸ਼ਾਲਾ ਬਣਾ ਦਿੱਤੀ, ਜੋ ਦਿੱਲੀ ਦਰਵਾਜ਼ੇ ਦੇ ਅੰਦਰ ਚੌਹਟਾ ਮੁਫਤੀ ਬਾਕਰ ਵਿੱਚ ਪ੍ਰਸਿੱਧ ਹੈ। ਦੁਨੀ ਚੰਦ ਨੂੰ ਉਪਦੇਸ਼ ਦੇ ਕੇ ਗੁਰੂ ਜੀ ਲਾਹੌਰ ਤੋਂ ਰਾਵੀ ਦੇ ਖੱਬੇ ਕਿਨਾਰੇ ਨਾਲ ਕਈ ਪ੍ਰਾਣੀਆਂ ਨੂੰ ਸਤਨਾਮ ਦਾ ਉਪਦੇਸ਼ ਦਿੰਦੇ ਹੋਏ ਪਿੰਡ ਪੱਖੋਕੇ ਰੰਧਾਵੇ ਪਹੁੰਚ ਗਏ। ਪਿੰਡ ਤੋਂ ਬਾਹਰ ਇੱਕ ਬੋਹੜ ਹੇਠਾਂ ਬੈਠ ਗਏ। ਇਸ ਪਿੰਡ ਵਿੱਚ ਗੁਰੂ ਜੀ ਦਾ ਸਹੁਰਾ ਮੂਲਾ ਚੋਣਾ ਪਟਵਾਰੀ ਲੱਗਾ ਹੋਇਆ ਸੀ ਅਤੇ ਸੁਲੱਖਣੀ ਜੀ ਵੀ ਆਪ ਜੀ ਦੇ ਮਹਿਲ ਅਤੇ ਦੋਵੇਂ ਸਾਹਿਬਜ਼ਾਦੇ ਵੀ ਇੱਥੇ ਆਪਣੇ ਨਾਨੇ ਨਾਨੀ ਪਾਸ ਰਹਿੰਦੇ ਸਨ। ਜਦ ਮੂਲੇ ਚੋਣੇ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਨਾਨਕ ਜੀ ਬਾਹਰ ਬੋਹੜ ਹੇਠਾਂ ਬੈਠੇ ਹੋਏ ਹਨ ਤਾਂ ਉਹ ਪਿੰਡ ਦੇ ਚੌਧਰੀ ਅਜੀਤੇ ਰੰਧਾਵੇ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਇਆ ਅਤੇ ਕਈ ਪ੍ਰਕਾਰ ਦੀਆਂ ਵੱਧ ਘੱਟ ਗੱਲਾਂ ਕੀਤੀਆਂ। ਉਪਰੰਤ ਚੌਧਰੀ ਅਜੀਤੇ ਰੰਧਾਵੇ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਰਾਵੀ ਦੇ ਪਾਰ ਸੱਜੇ ਕਿਨਾਰੇ ਡੇਰਾ ਕਰਕੇ ਬੈਠ ਗਏ। ਚੌਧਰੀ ਅਜੀਤੇ ਨੇ ਗੁਰੂ ਜੀ ਦੇ ਨਿਵਾਸ ਵਾਸਤੇ ਕੋਠੇ ਪਾ ਦਿੱਤੇ ਅਤੇ ਹੋਰ ਵੀ ਜਿਸ ਚੀਜ਼ ਦੀ ਲੋੜ ਸੀ ਉੱਥੇ ਪਹੁੰਚਾ ਦਿੱਤੀ। ਉਪਰੰਤ ਚੌਧਰੀ ਦੋਦੇ ਦੀ ਪ੍ਰੇਰਨਾ ਨਾਲ ਲਾਹੌਰ ਦੇ ਖੱਤਰੀ ਕਰੋੜੀਆਂ ਮੱਲ ਨੇ ਗੁਰੂ ਜੀ ਵਾਸਤੇ ਪੱਕੇ ਮਕਾਨ ਅਤੇ ਧਰਮਸ਼ਾਲਾ ਬਣਵਾ ਦਿੱਤੀ ਅਤੇ ਖਰਚ ਵਾਸਤੇ ਕੁਝ ਜ਼ਮੀਨ ਵੀ ਅਰਦਾਸ ਕਰ ਦਿੱਤੀ। ਇੱਥੇ ਇੱਕ ਸਤਸੰਗੀ ਪੁਰਸ਼ ਨੇ ਗੁਰੂ ਜੀ ਤੋਂ ਪੁੱਛਿਆ ਕਿ ਨੇਕ ਪੁਰਸ਼ ਦੇ ਕੀ ਲੱਛਣ ਹੁੰਦੇ ਹਨ। ਗੁਰੂ ਜੀ ਨੇ ਦੱਸਿਆ ਕਿ ਨੇਕ ਆਦਮੀ ਉਹ ਹੈ ਜਿਸ ਦੇ ਵਿਚਾਰ ਨੇਕ ਹੋਣ, ਜੋ ਦੂਜਿਆਂ ਦੀ ਉਪਮਾ ਸੁਣ ਕੇ ਪ੍ਰਸੰਨ ਹੋਵੇ, ਜੋ ਸੰਤ ਸਾਧੂ ਨਾਲ ਪ੍ਰੇਮ ਰੱਖਦਾ ਹੈ, ਜੋ ਆਪਣੇ ਉੱਤੇ ਉਪਕਾਰ ਕਰਨ ਵਾਲੇ ਦਾ ਸਤਿਕਾਰ ਕਰਦਾ ਹੈ, ਜੋ ਆਪਣੇ ਤੋਂ ਵੱਡਿਆਂ ਦੀ ਸੇਵਾ ਸਤਿਕਾਰ ਨਾਲ ਕਰਦਾ ਹੈ, ਜੋ ਗਰੀਬਾਂ ਤੇ ਦਇਆ ਕਰਦਾ ਹੈ, ਜੋ ਏਕਾ ਨਾਰੀ ਸਦਾ ਜਤੀ ਦੀ ਪਾਲਣਾ ਕਰਦਾ ਹੈ, ਜੋ ਖੋਟੇ ਪੁਰਸ਼ਾਂ ਦੀ ਸੰਗਤ ਤੋਂ ਦੂਰ ਰਹਿੰਦਾ ਹੈ।